ਇਹ ਕਹਾਣੀ ਹੈ ਇੱਕ ਐਸੇ ਆਦਮੀ ਦੀ ਜਿਸ ਦਾ ਮੰਨਣਾ ਸੀ ਕਿ ਉਸਦੇ ਕੋਲ ਸੁਪਰਮੈਨ ਦੀਆਂ ਸ਼ਕਤੀਆਂ ਹਨ। ਮਤਲਬ ਉਹ ਖੁਦ ਨੂੰ ਸੁਪਰਮੈਨ ਸਮਝਦਾ ਸੀ। ਉਹ ਅਕਸਰ ਸੜਕ ਤੇ ਚੱਲਣ ਵਾਲੇ ਰਾਹਗੀਰਾਂ ਦੀ ਮਦਦ ਕਰਦਾ ਹੋਇਆ ਦਿਖਾਈ ਦਿੰਦਾ ਸੀ। ਜ਼ਿਆਦਾਤਰ ਲੋਕ ਉਸ ਨੂੰ ਜਦੋਂ ਅਜੀਬੋ-ਗਰੀਬ ਕਾਰਨਾਮੇ ਕਰਦੇ ਹੋਏ ਦੇਖਦੇ ਸੀ ਜਾਂ ਤਾਂ ਉਸ ਨੂੰ ਪਾਗਲ ਸਮਝਦੇ ਸੀ ਜਾਂ ਉਸ 'ਤੇ ਹੱਸਦੇ। ਪਰ ਲੋਕਾਂ ਦੀਆਂ ਗੱਲਾਂ ਦਾ ਉਸ ਆਦਮੀ ਦੇ ਕੋਈ ਫਰਕ ਨਹੀਂ ਪੈਂਦਾ ਸੀ। ਉਸਨੇ ਜੋ ਕਰਨਾ ਹੁੰਦਾ ਉਹ ਉਸ ਨੂੰ ਕਰਕੇ ਹੀ ਮੰਨਦਾ ਸੀ। ਬਾਹਰੋਂ ਹਮੇਸ਼ਾ ਖੁਸ਼ ਦਿਖਣ ਵਾਲੇ ਤੇ ਲੋਕਾਂ ਦੀ ਹਮੇਸ਼ਾ ਮਦਦ ਕਰਨ ਵਾਲੇ ਇਸ ਆਦਮੀ ਦੇ ਪਿੱਛੇ ਦੀ ਸੱਚਾਈ ਸ਼ਾਇਦ ਕੋਈ ਨਹੀਂ ਜਾਣਦਾ ਸੀ। ਤੇ ਇਸ ਆਦਮੀ ਦੀ ਕਹਾਣੀ ਸੁਣ ਕੇ ਤੁਸੀਂ ਰੋਣ ਲਈ ਮਜਬੂਰ ਹੋ ਜਾਓਗੇ। ਇਸ ਮੂਵੀ ਦੀ ਸ਼ੁਰੂਆਤ 'ਚ ਆਪਾਂ ਲੀ ਹਿਊਨ ਸੁਕ ਨੂੰ ਦੇਖਦੇ ਹਾਂ ਤੇ ਇਹ ਉਹੀ ਆਦਮੀ ਹੁੰਦਾ ਹੈ ਜੋ ਆਪਣੇ ਆਪ ਨੂੰ ਸੁਪਰਮੈਨ ਸਮਝਦਾ ਹੈ। ਇਸ ਤੋਂ ਬਾਅਦ ਸੌਂਗ ਸੁੰਗ ਯੰਗ ਨੂੰ ਦਿਖਾਇਆ ਜਾਂਦਾ ਹੈ ਜੋ ਇੱਕ ਟੀਵੀ ਚੈਨਲ ਲਈ ਖਬਰਾਂ ਲਿਖਣ ਦਾ ਕੰਮ ਕਰਦੀ ਹੈ ਤੇ ਇਸ ਕੰਮ ਨੂੰ ਕਰਦੇ ਹੋਏ ਉਸ ਨੂੰ 3 ਸਾਲ ਹੋ ਗਏ ਸੀ। ਪਰ ਫਿਰ ਵੀ ਉਸ ਦੇ ਕੋਲ ਆਪਣੇ ਘਰ ਦਾ ਕਿਰਾਇਆ ਭਰਨ ਤੇ ਆਪਣੇ ਖਰਚੇ ਪੂਰੇ ਕਰਨ ਦੇ ਵੀ ਪੈਸੇ ਨਹੀਂ ਸੀ, ਕਿਉਂਕਿ ਲੋਕ ਹੁਣ ਸਨਸਨੀ ਖਬਰਾਂ ਸੁਣਨਾ ਚਾਹੁੰਦੇ ਸੀ, ਨਾ ਕਿ ਕੋਈ ਰੋਜ਼ਮਰਾ ਦੀਆਂ ਗੱਲਾਂ। ਸੁੰਗ ਯੰਗ ਦੇ ਸਹਿਕਰਮੀ ਉਸ ਨੂੰ ਲੀ ਹਿਊਨ ਸੁਕ ਬਾਰੇ ਦੱਸਦੇ ਨੇ ਕਿ ਕਿਸ ਤਰ੍ਹਾਂ ਇਹ ਆਦਮੀ ਬਿਨਾਂ ਕਿਸੇ ਮਕਸਦ ਦੇ ਲੋਕਾਂ ਦੀ ਮਦਦ ਕਰਦਾ ਰਹਿੰਦਾ ਹੈ। ਉਹਨਾਂ ਦਾ ਮੰਨਣਾ ਸੀ ਕਿ ਜੇ ਇਸ ਆਦਮੀ ਬਾਰੇ ਖਬਰ ਛਪੇਗੀ ਤਾਂ ਸ਼ਾਇਦ ਉਹ ਫੇਮਸ ਹੋ ਜਾਣ। ਪਰ ਸੁੰਗ ਯੰਗ ਨੂੰ ਉਸ 'ਚ ਕੋਈ ਇੰਟਰਸਟ ਨਹੀਂ ਸੀ, ਕਿਉਂਕਿ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਮਾਰਕੀਟ 'ਚ ਨਹੀਂ ਚੱਲਦੀਆਂ। ਉਹ ਅਕਸਰ ਡਿਪਰੈਸਡ ਰਿਹਾ ਕਰਦੀ ਸੀ ਤੇ ਉਸ ਦਿਨ ਵੀ ਉਹ ਆਪਣੇ ਆਫਿਸ ਤੋਂ ਬਾਹਰ ਆ ਜਾਂਦੀ ਹੈ। ਉਹ ਇੱਕ ਜ਼ੂ 'ਚ ਸ਼ੇਰ ਨੂੰ ਰਿਕਾਰਡ ਕਰਨ ਜਾ ਰਹੀ ਸੀ ਜਿਸ ਨੇ ਕਈ ਦਿਨਾਂ ਤੋਂ ਕੁਝ ਨਹੀਂ ਖਾਧਾ ਸੀ, ਇਸ ਉਮੀਦ 'ਚ ਲੋਕ ਉਸ ਦੀ ਖਬਰ ਨੂੰ ਦੇਖਣਗੇ। ਪਰ ਉਸ ਦੀ ਕਿਸਮਤ ਉਸ ਦਾ ਸਾਥ ਨਹੀਂ ਦਿੰਦੀ ਤੇ ਉਹ ਸ਼ੇਰ ਉਹਨਾਂ ਦੇ ਮੇਨ ਕੈਮਰਾਮੈਨ ਨੂੰ ਹੀ ਜ਼ਖਮੀ ਕਰ ਦਿੰਦਾ ਹੈ। ਸੂ ਯੰਗ ਪਰੇਸ਼ਾਨ ਹੋ ਕੇ ਮੈਟਰੋ ਸਟੇਸ਼ਨ ਤੇ ਬੈਠੀ ਸੀ ਤੇ ਜਿਵੇਂ ਹੀ ਉਸ ਦੀ ਅੱਖ ਲੱਗਦੀ ਹੈ ਤਾਂ ਇੱਕ ਚੋਰ ਉਸ ਦੇ ਕੈਮਰੇ ਨੂੰ ਚੋਰੀ ਕਰ ਲੈਂਦਾ ਹੈ। ਉਹ ਉਸ ਦਾ ਪਿੱਛਾ ਕਰਦੀ ਹੈ ਕਿਉਂਕਿ ਉਹ ਕੈਮਰਾ ਕੰਪਨੀ ਦਾ ਸੀ। ਇਸ ਦੇ ਪੈਸੇ ਭਰਦੀ ਉਹ ਕੰਗਾਲ ਹੋ ਜਾਂਦੀ। ਚੋਰ ਦੇ ਪਿੱਛੇ ਭੱਜਦੇ ਉਹ ਇੱਕ ਟਰੱਕ ਨਾਲ ਟਕਰਾਉਂਦੇ ਹੋਏ ਬਾਲ ਬਚਦੀ ਹੈ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਨੂੰ ਹਿਊਨ ਸੁਕ ਨੇ ਹੀ ਬਚਾਇਆ ਸੀ। ਉਹ ਦੋਨੋਂ ਉਸ ਚੋਰ ਦਾ ਪਿੱਛਾ ਕਰਦੇ ਨੇ। ਹਿਊਨ ਸੁਕ ਉਸ ਨੂੰ ਫੜ ਲੈਂਦਾ ਹੈ ਪਰ ਉਹ ਚੋਰ ਉਸ ਨੂੰ ਜ਼ਖਮੀ ਕਰਕੇ ਭੱਜ ਜਾਂਦਾ ਹੈ। ਪਰ ਉਸਨੇ ਸੂ ਯੰਗ ਦਾ ਕੈਮਰਾ ਬਚਾ ਲਿਆ ਸੀ। ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤਾਂ ਫਿਰ ਉਹ ਲੋਕਾਂ ਦੀ ਮਦਦ ਕਰਨ ਲਈ ਫਿਰ ਤੁਰ ਪੈਂਦਾ ਹੈ। ਸੂ ਯੰਗ ਸੋਚਦੀ ਹੈ ਕਿ ਇਸ ਦੇ ਬਾਰੇ ਲੋਕਾਂ ਨੂੰ ਦੱਸ ਕੇ ਉਹ ਥੋੜ੍ਹਾ ਬਹੁਤ ਤਾਂ ਪੈਸਾ ਕਮਾ ਹੀ ਸਕਦੀ ਹੈ, ਕਿਉਂਕਿ ਉਸ ਦੀਆਂ ਹਰਕਤਾਂ ਇੱਕ ਜੋਕਰ ਵਰਗੀਆਂ ਹੀ ਸੀ। ਸੂ ਯੰਗ ਉਸ ਨੂੰ ਕਹਿੰਦੀ ਹੈ ਕਿ ਜੇ ਤੂੰ ਸੁਪਰਮੈਨ ਹੈ ਤਾਂ ਸਾਨੂੰ ਉੜ ਕੇ ਦਿਖਾ। ਤਾਂ ਹਿਊਨ ਸੁਕ ਉਸ ਨੂੰ ਦੱਸਦਾ ਹੈ ਕਿ ਉਹ ਆਪਣੀਆਂ ਪਾਵਰ ਦਾ ਇਸਤੇਮਾਲ ਨਹੀਂ ਕਰ ਸਕਦਾ। ਉਸ ਦੇ ਸਿਰ 'ਚ ਕ੍ਰਿਪਟੋਨਾਈਟ ਨਾਮ ਦਾ ਇੱਕ ਪੱਥਰ ਹੈ ਜਿਸ ਕਾਰਨ ਉਸ ਦੀਆਂ ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ ਹਨ। ਇਹ ਸਭ ਦੱਸਦੇ ਉਸ ਨੂੰ ਦੌਰੇ ਪੈਣ ਲੱਗ ਜਾਂਦੇ ਨੇ। ਉਹ ਕੁਝ ਦਵਾਈਆਂ ਖਾਣ ਲੱਗ ਜਾਂਦਾ ਹੈ ਜਿਸ ਨੂੰ ਉਹ ਚਿਊਇੰਗਮ ਕਹਿੰਦਾ ਸੀ। ਸੂ ਯੰਗ ਉਸ ਦੀਆਂ ਸਾਰੀਆਂ ਹਰਕਤਾਂ ਨੂੰ ਕੈਮਰੇ 'ਚ ਰਿਕਾਰਡ ਕਰ ਰਹੀ ਸੀ। ਬੇਸ਼ੱਕ ਉਸ ਦੇ ਕੋਲ ਕੋਈ ਸੁਪਰ ਪਾਵਰ ਨਹੀਂ ਸੀ, ਪਰ ਫਿਰ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੀ ਮਦਦ ਕਰਦਾ ਸੀ। ਕਿਸੇ ਨੂੰ ਸੜਕ ਪਾਰ ਕਰਾ ਕੇ ਤੇ ਕਿਸੇ ਲਵਾਰਿਸ ਜਾਨਵਰ ਨੂੰ ਖਾਣਾ ਖਿਲਾ ਕੇ। ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੋਂ ਆਉਂਦਾ ਹੈ। ਸੂ ਯੰਗ ਹਮੇਸ਼ਾ ਉਸ ਨੂੰ 6 ਵਜੇ ਇੱਕ ਫੋਨ ਬੂਥ ਕੋਲ ਜਾਂਦੇ ਹੋਏ ਦੇਖਦੀ ਸੀ ਤੇ ਉਸ ਤੋਂ ਬਾਅਦ ਉਹ ਕਿਤੇ ਗਾਇਬ ਹੋ ਜਾਂਦਾ ਸੀ। ਉਹ ਅਕਸਰ ਗਾਰਡਨ ਵਿੱਚ ਬੈਠੇ ਬੱਚਿਆਂ ਨੂੰ ਆਪਣੀਆਂ ਕਹਾਣੀਆਂ ਸੁਣਾਇਆ ਕਰਦਾ ਸੀ ਤੇ ਬੱਚੇ ਉਸ ਦੀਆਂ ਕਹਾਣੀਆਂ ਸੁਣ ਕੇ ਤਾੜੀਆਂ ਮਾਰਦੇ ਸੀ। ਸੂ ਯੰਗ ਨੇ ਉਸ ਦੇ ਬਾਰੇ ਕੁਝ ਅਸਲੀ ਚੀਜ਼ਾਂ ਰਿਕਾਰਡ ਕੀਤੀਆਂ ਸੀ ਤੇ ਕੁਝ ਕਿਰਾਏ ਦੇ ਐਕਟਰਾਂ ਨੂੰ ਪੈਸੇ ਦੇ ਕੇ ਉਹਨਾਂ ਤੋਂ ਨਕਲੀਆਂ ਚੋਰੀਆਂ ਕਰਵਾਈਆਂ ਤਾਂ ਕਿ ਉਹ ਹਿਊਨ ਸੁਕ ਨੂੰ ਉਹਨਾਂ ਨੂੰ ਫੜਦੇ ਹੋਏ ਰਿਕਾਰਡ ਕਰ ਸਕੇ, ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੀ ਇੰਡਸਟਰੀ 'ਚ ਕੀ ਵਿਕਦਾ ਹੈ। ਉਸਨੇ ਬਹੁਤ ਰਿਕਾਰਡਿੰਗ ਕਰ ਲਈ ਸੀ। ਉਹ ਤੇ ਉਸਦੇ ਦੋਸਤ ਰਿਕਾਰਡਿੰਗ ਦੇਖ ਕੇ ਹਿਊਨ ਸੁਕ 'ਤੇ ਬਹੁਤ ਹੱਸ ਰਹੇ ਹੁੰਦੇ ਨੇ। ਉਸ ਰਾਤ ਉਹ ਬਹੁਤ ਪਾਰਟੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਇਹ ਖਬਰ ਬਹੁਤ ਜ਼ਿਆਦਾ ਚੱਲੇਗੀ। ਅਗਲੀ ਸਵੇਰ ਜਦੋਂ ਸੂ ਯੰਗ ਦੀ ਨੀਂਦ ਖੁੱਲ੍ਹਦੀ ਹੈ ਤਾਂ ਆਪਣੇ ਘਰ ਹਿਊਨ ਸੁਕ ਨੂੰ ਦੇਖਦੀ ਹੈ। ਉਸ ਨੂੰ ਸਮਝ ਨਹੀਂ ਆਉਂਦਾ ਕਿ ਉਹ ਉੱਥੇ ਕਿਵੇਂ ਪਹੁੰਚ ਗਿਆ। ਉਹ ਉਸ ਨੂੰ ਦੱਸਦਾ ਹੈ ਕਿ ਮੈਂ ਤੈਨੂੰ ਬਸ ਦੇਖਣ ਆਇਆ ਹਾਂ ਕਿਉਂਕਿ ਦੁਸ਼ਮਣਾਂ ਨੇ ਉਸ ਦੇ ਸਾਥੀਆਂ 'ਤੇ ਹਮਲਾ ਕੀਤਾ ਹੈ। ਤੇ ਸੂ ਯੰਗ ਉਸ ਦੀ ਇਸ ਬੇਤੁਕੀ ਗੱਲ 'ਤੇ ਭਰੋਸਾ ਨਹੀਂ ਕਰਦੀ ਤੇ ਉਸ ਤੋਂ ਬਾਅਦ ਹਿਊਨ ਸੁਕ ਨੂੰ ਫਿਰ ਦੌਰੇ ਪੈਣ ਲੱਗ ਜਾਂਦੇ ਨੇ ਤੇ ਇਸ ਵਾਰ ਤਾਂ ਉਸ ਦੀ ਚਿਊਇੰਗਮ ਵੀ ਖਤਮ ਹੋ ਗਈ ਸੀ ਜਿਸ ਕਾਰਨ ਉਹ ਬੇਹੋਸ਼ ਹੋ ਜਾਂਦਾ ਹੈ। ਸੂ ਯੰਗ ਉਸ ਨੂੰ ਹਸਪੀਟਲ ਲੈ ਕੇ ਆਉਂਦੀ ਹੈ ਤੇ ਡਾਕਟਰ ਉਸ ਦੇ ਸਿਰ ਦਾ ਐਕਸਰਾ ਕਰਦਾ ਹੈ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੇ ਸਿਰ 'ਚ ਸੱਚਮੁੱਚ ਹੀ ਕੋਈ ਚੀਜ਼ ਫਸੀ ਹੋਈ ਸੀ। ਡਾਕਟਰ ਉਸ ਨੂੰ ਕਹਿੰਦਾ ਹੈ ਕਿ ਇਹ ਕੋਈ ਬ੍ਰੇਨ ਟਿਊਮਰ ਨਹੀਂ, ਇਸ ਦੇ ਸਿਰ ਦਾ ਆਪਰੇਸ਼ਨ ਕਰਕੇ ਹੀ ਪਤਾ ਲੱਗੇਗਾ ਕਿ ਆਖਿਰ ਇਹ ਕੀ ਚੀਜ਼ ਹੈ। ਤੇ ਉਸੇ ਦੌਰਾਨ ਹਿਊਨ ਸੁਕ ਨੂੰ ਹੋਸ਼ ਆ ਜਾਂਦਾ ਹੈ। ਉਸ ਨੂੰ ਲੱਗਦਾ ਹੈ ਕਿ ਡਾਕਟਰ ਉਸ ਦੇ ਦੁਸ਼ਮਣ ਨੇ, ਇਸ ਕਰਕੇ ਉਹ ਉਹਨਾਂ ਤੋਂ ਦੂਰ ਭੱਜਣ ਲੱਗ ਜਾਂਦਾ ਹੈ ਕਿਉਂਕਿ ਉਸ ਦਾ ਮੰਨਣਾ ਸੀ ਕਿ ਉਹ ਉਸ ਦੇ ਸਿਰ 'ਚ ਹੋਰ ਜ਼ਿਆਦਾ ਕ੍ਰਿਪਟੋਨਾਈਟ ਪਾ ਰਹੇ ਨੇ ਤਾਂ ਕਿ ਉਹ ਸਾਰਾ ਕੁਝ ਭੁੱਲ ਜਾਏ। ਸੂ ਯੰਗ ਉਸ ਨੂੰ ਪੁੱਛਦੀ ਹੈ ਕਿ ਜੇ ਤੇਰੇ ਕੋਲ ਪਾਵਰਸ ਨਹੀਂ ਹਨ ਤਾਂ ਤੂੰ ਲੋਕਾਂ ਦੀ ਮਦਦ ਕਿਉਂ ਕਰਦਾ ਹੈ।
ਤਾਂ ਹਿਊਨ-ਸੁਕ ਉਸ ਨੂੰ ਕਹਿੰਦਾ ਹੈ ਤਾਂ ਕਿ ਉਹ ਲੋਕਾਂ ਦੀ ਮਦਦ ਕਰਨਾ ਕਿਤੇ ਭੁੱਲ ਹੀ ਨਾ ਜਾਏ। ਜੇ ਉਹ ਐਵੇਂ ਹੀ ਲੋਕਾਂ ਦੀ ਮਦਦ ਕਰਦਾ ਰਹੇਗਾ ਤਾਂ ਉਸ ਦੇ ਦਿਮਾਗ 'ਚ ਇੱਕ ਐਸਾ ਕੈਮੀਕਲ ਬਣੇਗਾ ਜੋ ਉਸ ਦੇ ਦਿਮਾਗ ਦੇ ਕ੍ਰਿਪਟੋਨਾਈਟ ਨੂੰ ਬਾਹਰ ਕੱਢ ਦੇਗਾ। ਉਹ ਸੂ ਯੰਗ ਨੂੰ ਇੱਕ ਪੁਰਾਣੀ ਬਿਲਡਿੰਗ 'ਚ ਲੈ ਕੇ ਆਉਂਦਾ ਹੈ ਜਿਸ ਨੂੰ ਉੱਥੋਂ ਦੀ ਸਰਕਾਰ ਤੋੜ ਰਹੀ ਸੀ। ਸੂ ਯੰਗ ਸੋਚਦੀ ਹੈ ਕਿ ਅਜੇ ਵੀ ਇਸ ਕਹਾਣੀ ਨੂੰ ਬਹੁਤ ਖਿੱਚਿਆ ਜਾ ਸਕਦਾ ਹੈ। ਹਿਊਨ-ਸੁਕ ਜਦੋਂ ਸੂ ਯੰਗ ਨੂੰ ਫੋਨ ਤੇ ਗੱਲ ਕਰਦੇ ਹੋਏ ਦੇਖਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਦੁਸ਼ਮਣ ਨਾਲ ਗੱਲ ਕਰ ਰਹੀ ਸੀ, ਪਰ ਉਹ ਉਸ ਨੂੰ ਝੂਠ ਬੋਲਦੀ ਹੈ ਕਿ ਉਹ ਮੰਗੋਲੀਆ ਦੇ ਕਿਸੇ ਸੁਪਰ ਹੀਰੋ ਨਾਲ ਗੱਲ ਕਰ ਰਹੀ ਸੀ ਜੋ ਉੱਥੋਂ ਦੇ ਲੋਕਾਂ ਦੀ ਰੱਖਿਆ ਕਰਦਾ ਹੈ। ਉਹ ਉਸ ਦੀਆਂ ਸਾਰੀਆਂ ਹਰਕਤਾਂ ਨੂੰ ਰਿਕਾਰਡ ਕਰਦੀ ਸੀ। ਅਚਾਨਕ ਹੀ ਸੂ ਯੰਗ ਤੇ ਛੱਤ ਤੋਂ ਬਹੁਤ ਸਾਰਾ ਮਲਬਾ ਡਿੱਗਣ ਲੱਗਦਾ ਹੈ। ਹਿਊਨ-ਸੁਕ ਉਸ ਨੂੰ ਬਚਾ ਲੈਂਦਾ ਹੈ, ਪਰ ਸੂ ਯੰਗ ਦੇਖਦੀ ਹੈ ਕਿ ਉੱਥੇ ਕੋਈ ਮਲਬਾ ਹੀ ਨਹੀਂ ਸੀ। ਉੱਥੇ ਇੱਕ ਲੜਕੀ ਵੀ ਰਹਿੰਦੀ ਸੀ ਜੋ ਹਮੇਸ਼ਾ ਹਿਊਨ-ਸੁਕ ਨਾਲ ਖੇਡਿਆ ਕਰਦੀ ਸੀ। ਇੱਕ ਦਿਨ ਹਿਊਨ-ਸੁਕ ਛੱਤ ਤੋਂ ਛਾਲ ਮਾਰਨ ਵਾਲਾ ਸੀ, ਇਸੇ ਉਮੀਦ 'ਚ ਕਿ ਉਹ ਇੱਕ ਵਾਰ ਫਿਰ ਉੱਡ ਸਕੂਗਾ, ਪਰ ਸੂ ਯੰਗ ਉਸ ਨੂੰ ਸਮਝਾਉਂਦੀ ਹੈ ਕਿ ਇੱਕ ਵਾਰ ਤੇਰੇ ਸਿਰ 'ਚੋਂ ਕ੍ਰਿਪਟੋਨਾਈਟ ਨਿਕਲ ਜਾਣ ਦੇ, ਫਿਰ ਤੂੰ ਉੱਡਣ ਦੀ ਕੋਸ਼ਿਸ਼ ਕਰੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਾਰਾ ਕੁਝ ਤਾਂ ਇੱਕ ਪਾਗਲ ਇਨਸਾਨ ਹੀ ਸੋਚ ਸਕਦਾ ਹੈ, ਪਰ ਕੀ ਪਤਾ ਇਹ ਸੱਚ ਹੀ ਹੋਵੇ। ਇੱਕ ਦਿਨ ਹਿਊਨ-ਸੁਕ ਆਪਣੇ ਘਰ ਸੁੱਤਾ ਪਿਆ ਸੀ। ਉਹ ਆਪਣੇ ਘਰ ਦੇ ਬਾਹਰ ਇੱਕ ਬਹੁਤ ਵੱਡੇ ਦਾਨਵ ਨੂੰ ਦੇਖਦਾ ਹੈ, ਪਰ ਉਹ ਉਸ ਦੇ ਲਈ ਇੱਕ ਦਾਨਵ ਹੋ ਸਕਦਾ ਹੈ, ਪਰ ਆਮ ਲੋਕਾਂ ਲਈ ਤਾਂ ਸਿਰਫ ਉਹ ਇੱਕ ਮਸ਼ੀਨ ਸੀ। ਪੁਲਿਸ ਉਸ ਨੂੰ ਅਰੈਸਟ ਕਰ ਲੈਂਦੀ ਹੈ ਕਿਉਂਕਿ ਉਸਨੇ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਕੀਤਾ ਸੀ। ਦੂਸਰੀ ਤਰਫ ਸੂ ਯੰਗ ਦਾ ਬੌਸ ਉਸ ਨੂੰ ਕਹਿ ਰਿਹਾ ਹੁੰਦਾ ਹੈ ਕਿ ਜੇਕਰ ਪੁਲਿਸ ਨੇ ਹਿਊਨ-ਸੁਕ ਨੂੰ ਜੇਲ੍ਹ 'ਚ ਕੈਦ ਕੀਤਾ ਤਾਂ ਉਹ ਆਪਣੇ ਚੈਨਲ ਤੇ ਕਿਸੇ ਕ੍ਰਿਮੀਨਲ ਦੀ ਸਟੋਰੀ ਨਹੀਂ ਦਿਖਾ ਸਕਦੇ। ਇਸ ਲਈ ਸੂ ਯੰਗ ਫਿਰ ਇੱਕ ਵਾਰ ਉਸ ਦੇ ਘਰ ਜਾਂਦੀ ਹੈ। ਉੱਥੇ ਉਸ ਨੂੰ ਸਕੈਟਰਿਕ ਹਸਪੀਟਲ ਮਤਲਬ ਕਿ ਪਾਗਲਾਂ ਦੇ ਹਸਪਤਾਲ ਦੀਆਂ ਕੁਝ ਦਵਾਈਆਂ ਮਿਲਦੀਆਂ ਹਨ। ਉਹ ਜਦੋਂ ਹਸਪਤਾਲ 'ਚ ਜਾ ਕੇ ਹਿਊਨ-ਸੁਕ ਬਾਰੇ ਪੁੱਛਦੀ ਹੈ ਤਾਂ ਡਾਕਟਰ ਉਸ ਨੂੰ ਕੁਝ ਵੀ ਦੱਸਣ ਤੋਂ ਮਨਾ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਜਿਸ ਵੀ ਦੁਨੀਆ 'ਚ ਜੀ ਰਿਹਾ ਹੈ ਉਹ ਉਸੇ ਦੁਨੀਆ 'ਚ ਹੀ ਖੁਸ਼ ਰਹਿ ਸਕਦਾ ਹੈ। ਅਸਲੀ ਦੁਨੀਆ ਤੇ ਉਸ ਦੀ ਜ਼ਿੰਦਗੀ ਦਾ ਸੱਚ ਸ਼ਾਇਦ ਉਹ ਬਰਦਾਸ਼ਤ ਨਾ ਕਰ ਸਕੇ। ਇਸ ਤੋਂ ਬਾਅਦ ਉਹ ਹਿਊਨ-ਸੁਕ ਨੂੰ ਇੱਕ ਜੰਗਲ 'ਚ ਲੈ ਕੇ ਆਉਂਦੀ ਹੈ ਤੇ ਉਸ ਨੂੰ ਇੱਕ ਰੱਸੀ ਨਾਲ ਬੰਨ੍ਹ ਕੇ ਉਸ ਨੂੰ ਉਸ ਦਾ ਨਾਮ ਪੁੱਛਦੀ ਹੈ, ਉਸ ਦਾ ਅਸਲੀ ਨਾਮ। ਪਰ ਬਾਰ-ਬਾਰ ਉਹ ਆਪਣਾ ਨਾਮ ਸੁਪਰਮੈਨ ਹੀ ਦੱਸਦਾ ਹੈ। ਪਰ ਜਦੋਂ ਉਹ ਉਸ ਨੂੰ ਇੱਕ ਹੀ ਸਵਾਲ ਬਾਰ-ਬਾਰ ਪੁੱਛਦੀ ਰਹਿੰਦੀ ਹੈ ਤਾਂ ਹਿਊਨ-ਸੁਕ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਉਸ ਨੂੰ ਜ਼ੋਰ ਨਾਲ ਫੜ ਲੈਂਦਾ ਹੈ। ਪਰ ਉਸੇ ਦੌਰਾਨ ਉੱਥੇ ਬਹੁਤ ਸਾਰੇ ਲੋਕ ਆ ਜਾਂਦੇ ਨੇ ਤੇ ਉਸ ਨੂੰ ਫੜ ਲੈਂਦੇ ਨੇ ਕਿਉਂਕਿ ਅਸਲ 'ਚ ਹਿਊਨ-ਸੁਕ ਇੱਕ ਦਿਮਾਗੀ ਮਰੀਜ਼ ਸੀ ਤੇ ਉਸ ਦੇ ਪਾਗਲ ਹੋਣ ਪਿੱਛੇ ਉਸ ਦੀ ਇੱਕ ਦੁੱਖ ਭਰੀ ਕਹਾਣੀ ਸੀ। ਦਰਅਸਲ ਜਦੋਂ ਹਿਊਨ-ਸੁਕ ਇੱਕ ਛੋਟਾ ਬੱਚਾ ਸੀ ਤਾਂ ਉਸਨੇ ਆਪਣੇ ਪਿਤਾ ਨਾਲ 1978 'ਚ ਇੱਕ ਸੁਪਰਮੈਨ ਦੀ ਮੂਵੀ ਦੇਖੀ ਸੀ। ਉਸ ਦੇ ਪਿਤਾ ਉਸ ਨੂੰ ਕਹਿੰਦੇ ਸੀ ਕਿ ਜੇ ਤੂੰ 100 ਤੱਕ ਗਿਣਤੀ ਗਿਣੇਗਾ ਤਾਂ ਤੂੰ ਸੁਪਰਮੈਨ ਬਣ ਜਾਏਗਾ। ਉਸ ਸਮੇਂ ਉਹ ਕਾਫੀ ਛੋਟਾ ਸੀ ਤੇ ਇੱਕ ਦਿਨ ਜਦੋਂ ਉਸ ਦੇ ਪਿਤਾ ਕਿਤੇ ਜਾ ਰਹੇ ਸੀ, ਕੁਝ ਲੋਕਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਿਨ ਉਸ ਦੇ ਸਿਰ 'ਚ ਵੀ ਗੋਲੀ ਵੱਜੀ ਸੀ, ਪਰ ਇਹ ਕੋਈ ਚਮਤਕਾਰ ਹੀ ਸੀ ਕਿ ਉਸ ਦੀ ਜਾਨ ਬਚ ਗਈ। ਉਸ ਦੇ ਸਿਰ 'ਚ ਜਿਹੜੀ ਚੀਜ਼ ਸੀ ਉਹ ਕੋਈ ਕ੍ਰਿਪਟੋਨਾਈਟ ਨਹੀਂ ਬਲਕਿ ਉਹੀ ਗੋਲੀ ਫਸੀ ਹੋਈ ਸੀ। ਹਿਊਨ-ਸੁਕ ਇਸ ਹਾਦਸੇ 'ਚੋਂ ਤਾਂ ਕਿਸੇ ਤਰ੍ਹਾਂ ਬਾਹਰ ਆ ਗਿਆ ਸੀ, ਪਰ ਸ਼ਾਇਦ ਉਸ ਦੀ ਜ਼ਿੰਦਗੀ 'ਚ ਕੋਈ ਖੁਸ਼ੀ ਨਹੀਂ ਸੀ। ਜਦੋਂ ਉਹ ਆਪਣੇ ਪਰਿਵਾਰ ਨਾਲ ਕਿਤੇ ਜਾ ਰਿਹਾ ਹੁੰਦਾ ਤਾਂ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਜਾਂਦਾ ਜਿਸ 'ਚ ਉਸ ਦੀ ਵਾਈਫ ਮਰ ਜਾਂਦੀ ਹੈ। ਉਸ ਕਾਰ ਦੇ ਅੰਦਰ ਉਸ ਦੀ ਬੇਟੀ ਫਸ ਗਈ ਸੀ। ਉਸ ਦਾ ਮੰਨਣਾ ਸੀ ਕਿ ਸੁਪਰਮੈਨ ਉਸ ਨੂੰ ਬਚਾ ਲੂਗਾ। ਹਿਊਨ-ਸੁਕ ਉਸ ਨੂੰ ਕਹਿੰਦਾ ਹੈ ਕਿ ਤੂੰ ਬਸ 100 ਤੱਕ ਗਿਣਤੀ ਗਿਣ, ਮੈਂ ਹੁਣੇ ਸੁਪਰਮੈਨ ਨੂੰ ਬੁਲਾ ਕੇ ਲੈ ਆਉਂਦਾ ਹਾਂ। ਪਰ ਜਦੋਂ ਉਹ ਕਾਰ ਦੀ ਅੱਗ ਬੁਝਾਉਣ ਵਾਸਤੇ ਫਾਇਰ ਐਕਸਟਿੰਗੁਇਸ਼ਰ ਲੈ ਕੇ ਆ ਰਿਹਾ ਸੀ ਤਾਂ ਉਸ ਨੂੰ ਸਿਰ 'ਚ ਫਸੀ ਗੋਲੀ ਕਾਰਨ ਦੌਰੇ ਪੈਣ ਲੱਗ ਜਾਂਦੇ ਹਨ। ਉਸ ਦੇ ਆਸ-ਪਾਸ ਦੇ ਲੋਕ ਬਸ ਉਸ ਨੂੰ ਦੇਖ ਰਹੇ ਸੀ ਤੇ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਉਸ ਦਿਨ ਹਿਊਨ-ਸੁਕ ਨੇ ਆਪਣੇ ਪਰਿਵਾਰ ਨੂੰ ਆਪਣੀਆਂ ਅੱਖਾਂ ਸਾਹਮਣੇ ਜਲਦੇ ਹੋਏ ਦੇਖਿਆ। ਇਸ ਐਕਸੀਡੈਂਟ ਦਾ ਉਸ ਦੇ ਦਿਮਾਗ ਤੇ ਇੰਨਾ ਬੁਰਾ ਅਸਰ ਹੋਇਆ ਕਿ ਉਹ ਆਪਣੇ ਆਪ ਨੂੰ ਹੀ ਸੁਪਰਮੈਨ ਸਮਝਣ ਲੱਗ ਗਿਆ ਤਾਂ ਕਿ ਉਹ ਇਸ ਗੱਲ ਨੂੰ ਹਮੇਸ਼ਾ ਲਈ ਭੁੱਲ ਸਕੇ ਕਿ ਉਸ ਦਾ ਪਰਿਵਾਰ ਮਰ ਗਿਆ ਹੈ। ਹਿਊਨ-ਸੁਕ ਜਿਸ ਚਿੰਗਮ ਨੂੰ ਖਾਂਦਾ ਸੀ ਉਹ ਅਸਲ 'ਚ ਉਸ ਦੀਆਂ ਦਵਾਈਆਂ ਸੀ ਤੇ ਇਹੀ ਕਾਰਨ ਸੀ ਕਿ ਉਹ ਡਾਕਟਰਾਂ ਨੂੰ ਆਪਣਾ ਦੁਸ਼ਮਣ ਸਮਝਦਾ ਸੀ। ਸੂ ਯੰਗ ਨੇ ਉਸ ਨੂੰ ਹਸਪਤਾਲ 'ਚ ਐਡਮਿਟ ਕਰਾ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਐਸੀਆਂ ਦਵਾਈਆਂ ਦਿੱਤੀਆਂ ਜਾਣ ਲੱਗੀਆਂ ਕਿ ਉਹ ਆਪਣੇ ਆਪ ਨੂੰ ਸੁਪਰਮੈਨ ਸਮਝਣਾ ਬੰਦ ਕਰ ਦੇ। ਪਰ ਇਹਨਾਂ ਦਵਾਈਆਂ ਕਾਰਨ ਉਸਨੇ ਸਭ ਕੁਝ ਮਹਿਸੂਸ ਕਰਨਾ ਬੰਦ ਕਰ ਦਿੱਤਾ ਸੀ। ਉਸ ਨੂੰ ਤਾਂ ਇਹ ਵੀ ਯਾਦ ਨਹੀਂ ਸੀ ਕਿ ਸੂ ਯੰਗ ਕੌਣ ਹੈ। ਸ਼ਾਇਦ ਉਸ ਲਈ ਇਹੀ ਠੀਕ ਸੀ ਕਿ ਉਸ ਦਾ ਪੂਰਾ ਇਲਾਜ ਹੋਵੇ, ਉਹ ਬਾਕੀ ਇਨਸਾਨਾਂ ਦੀ ਤਰ੍ਹਾਂ ਆਮ ਜ਼ਿੰਦਗੀ ਜੀਵੇ। ਸੂ ਯੰਗ ਉਸ ਰਿਕਾਰਡਿੰਗ ਨੂੰ ਦੇਖਦੀ ਹੈ ਜਿਸ 'ਚ ਉਹ ਦੋਨੋਂ ਇਕੱਠੇ ਸੀ। ਇਹ ਦੇਖ ਕੇ ਉਹ ਰੋਣ ਲੱਗਦੀ ਹੈ। ਦੂਸਰੀ ਤਰਫ ਦਿਖਾਇਆ ਜਾਂਦਾ ਹੈ ਕਿ ਜਿੱਥੇ ਹਿਊਨ-ਸੁਕ ਰਿਹਾ ਕਰਦਾ ਸੀ ਉੱਥੇ ਦੋ ਕਾਰਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਜਾਂਦਾ ਹੈ। ਪਹਿਲਾਂ ਤਾਂ ਸਭ ਕੁਝ ਠੀਕ ਹੁੰਦਾ ਹੈ, ਪਰ ਫਿਰ ਇੱਕ ਆਦਮੀ ਉੱਥੇ ਜਲਦੀ ਹੋਈ ਸਿਗਰਟ ਸੁੱਟ ਦਿੰਦਾ ਹੈ
ਜਿਸ ਕਾਰਨ ਉੱਥੇ ਜ਼ੋਰਦਾਰ ਧਮਾਕਾ ਹੋ ਜਾਂਦਾ ਹੈ। ਇਹ ਧਮਾਕਾ ਇੰਨਾ ਵੱਡਾ ਸੀ ਕਿ ਸੂਯੰਗ ਆਪਣੇ ਆਫਿਸ 'ਚੋਂ ਉਸ ਨੂੰ ਦੇਖ ਪਾ ਰਹੀ ਸੀ। ਦੂਜੇ ਪਾਸੇ ਹਸਪਤਾਲ ਵਾਲਿਆਂ ਨੇ ਵੀ ਹਿਊਨ ਸੁਕ ਨੂੰ ਸੜਕ ਤੇ ਛੱਡ ਦਿੱਤਾ ਸੀ। ਉਹ ਦੋਨੋਂ ਹੀ ਉਸ ਧਮਾਕੇ ਵਾਲੀ ਜਗ੍ਹਾ ਤੇ ਆ ਜਾਂਦੇ ਨੇ ਤੇ ਉਹ ਦੇਖਦੇ ਨੇ ਕਿ ਧਮਾਕੇ ਕਾਰਨ ਲੱਗੀ ਅੱਗ ਨਾਲ ਦੇ ਘਰ ਤੱਕ ਫੈਲ ਗਈ ਸੀ। ਉਸ ਘਰ 'ਚ ਉਹੀ ਬੱਚੀ ਫਸੀ ਹੋਈ ਸੀ ਜੋ ਹਿਊਨ ਸੁਕ ਨੂੰ ਸੁਪਰ ਹੀਰੋ ਮੰਨਦੀ ਸੀ। ਹਿਊਨ ਸੁਕ ਉੱਥੇ ਲੋਕਾਂ ਨੂੰ ਮਰੇ ਹੋਏ ਦੇਖਦਾ ਹੈ, ਪਰ ਉਹਨਾਂ ਦਵਾਈਆਂ ਕਾਰਨ ਉਸ ਨੂੰ ਕੁਝ ਮਹਿਸੂਸ ਨਹੀਂ ਹੁੰਦਾ। ਫਿਰ ਵੀ ਉਸ ਨੂੰ ਇੰਨਾ ਤਾਂ ਯਾਦ ਸੀ ਕਿ ਉਹ ਪਹਿਲਾਂ ਕੀ ਸੀ, ਇਸ ਲਈ ਉਹ ਉਸ ਬੱਚੀ ਨੂੰ ਬਚਾਉਣ ਜਾਂਦਾ ਹੈ। ਸੂਯੰਗ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਕਿਉਂਕਿ ਇਸ 'ਚ ਉਸ ਦੀ ਜਾਨ ਵੀ ਜਾ ਸਕਦੀ ਸੀ, ਪਰ ਸੂਯੰਗ ਨੂੰ ਵੀ ਪਤਾ ਹੁੰਦਾ ਹੈ ਕਿ ਉਹ ਉਸ ਨੂੰ ਨਹੀਂ ਰੋਕ ਸਕੇਗੀ। ਹਿਊਨ ਸੁਕ ਕਾਰ ਥੱਲੇ ਦਬੇ ਹੋਏ ਆਦਮੀ ਨੂੰ ਬਾਹਰ ਕੱਢਦਾ ਹੈ। ਉਹ ਉਸ ਲੜਕੀ ਨੂੰ ਕਹਿੰਦਾ ਹੈ ਕਿ ਉਹ 100 ਤੱਕ ਗਿਣਤੀ ਗਣੇ, ਉਹ ਉਸ ਨੂੰ ਜ਼ਰੂਰ ਬਚਾ ਲੂਗਾ। ਉਸ ਬੱਚੀ ਨੂੰ ਹਿਊਨ ਸੁਕ ਤੇ ਬਹੁਤ ਭਰੋਸਾ ਹੁੰਦਾ ਹੈ, ਪਰ ਜਦੋਂ ਹਿਊਨ ਸੁਕ ਉਸ ਘਰ 'ਚ ਜਾਂਦਾ ਹੈ ਤਾਂ ਉਸ ਨੂੰ ਪੁਰਾਣੀਆਂ ਯਾਦਾਂ ਵਾਪਸ ਆਉਣ ਲੱਗ ਜਾਂਦੀਆਂ ਨੇ ਤੇ ਅਕਸਰ ਐਸੇ ਮੌਕੇ ਤੇ ਉਸ ਨੂੰ ਦੌਰੇ ਪੈਣ ਲੱਗ ਜਾਂਦੇ ਸੀ, ਪਰ ਉਹ ਖੁਦ ਨੂੰ ਸੰਭਾਲ ਲੈਂਦਾ ਹੈ। ਉਹ ਇੱਕ ਜਲਦੇ ਹੋਏ ਦਰਵਾਜ਼ੇ ਨੂੰ ਆਪਣੇ ਹੱਥ ਨਾਲ ਹੀ ਖੋਲ੍ਹ ਦਿੰਦਾ ਹੈ, ਪਰ ਉਦੋਂ ਤੱਕ ਅੱਗ ਬਹੁਤ ਜ਼ਿਆਦਾ ਫੈਲ ਗਈ ਸੀ ਤੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ। ਹਿਊਨ ਸੁਕ ਆਪਣੀਆਂ ਅੱਖਾਂ ਬੰਦ ਕਰਦਾ ਹੈ ਤੇ ਉਸ ਨੂੰ ਆਪਣੇ ਪਿਤਾ ਦੀ ਗੱਲ ਯਾਦ ਆਉਂਦੀ ਹੈ ਕਿ ਜੇ ਉਹ ਚਾਹੇ ਤਾਂ ਉੜ ਸਕਦਾ ਹੈ, ਤੇ ਇਸੇ ਉਮੀਦ 'ਚ ਉਹ ਬੱਚੀ ਨੂੰ ਨਾਲ ਲੈ ਕੇ 2 ਮੰਜ਼ਲੀ ਬਿਲਡਿੰਗ ਤੋਂ ਛਾਲ ਮਾਰ ਦਿੰਦਾ ਹੈ ਤੇ ਆਪਾਂ ਦੇਖਦੇ ਹਾਂ ਕਿ ਉਹ ਸੱਚਮੁੱਚ ਹੀ ਉੱਡ ਰਿਹਾ ਸੀ। ਸਾਰੇ ਲੋਕ ਬਹੁਤ ਖੁਸ਼ ਸੀ ਕਿ ਉਸਨੇ ਉਸ ਬੱਚੀ ਦੀ ਜਾਨ ਬਚਾ ਲਈ। ਸੂਯੰਗ ਉਸ ਨੂੰ ਉੜਦੇ ਹੋਏ ਤੁਰੰਤ ਹੀ ਰਿਕਾਰਡ ਕਰ ਲੈਂਦੀ ਹੈ। ਹਿਊਨ ਸੁਕ ਉਸ ਸਮੇਂ ਨੂੰ ਯਾਦ ਕਰਦਾ ਹੈ ਜਦੋਂ ਉਸ ਦੇ ਸਿਰ 'ਚ ਗੋਲੀ ਵੱਜੀ ਸੀ, ਪਰ ਇਸ ਵਾਰ ਉਹ ਪਿੱਛੇ ਜਾ ਕੇ ਉਸ ਗੋਲੀ ਨੂੰ ਰੋਕ ਲੈਂਦਾ ਹੈ। ਫਿਰ ਦਿਖਾਇਆ ਜਾਂਦਾ ਹੈ ਕਿ ਉਹ ਕ੍ਰਿਪਟੋਨਾਈਟ ਉਸ ਦੇ ਸਿਰ 'ਚੋਂ ਬਾਹਰ ਨਿਕਲ ਜਾਂਦਾ ਹੈ ਤੇ ਇਸ ਤਰ੍ਹਾਂ ਇੱਕ ਵਾਰ ਸਭ ਕੁਝ ਠੀਕ ਹੋ ਜਾਂਦਾ ਹੈ। ਪਰ ਕਾਸ਼ ਇਸੇ ਤਰ੍ਹਾਂ ਹੀ ਹੁੰਦਾ, ਕਿਉਂਕਿ ਇਹ ਸਭ ਕੁਝ ਹਿਊਨ ਸੁਕ ਦੇ ਦਿਮਾਗ ਦੀ ਬਸ ਇੱਕ ਕਹਾਣੀ ਸੀ। ਅਸਲ 'ਚ ਉਹ ਉਸ ਬੱਚੀ ਨੂੰ ਲੈ ਕੇ ਛੱਤ ਤੋਂ ਕੁੱਦਿਆ ਤਾਂ ਸਹੀ, ਪਰ ਉਹ ਆਪਣੇ ਸਿਰ ਪਾਰ ਜ਼ਮੀਨ ਤੇ ਟਕਰਾ ਗਿਆ, ਜਿਸ ਕਰਕੇ ਉਸ ਬੱਚੀ ਦੀ ਜਾਨ ਤਾਂ ਬਚ ਗਈ, ਪਰ ਹਿਊਨ ਸੁਕ ਇਸ ਹਾਦਸੇ 'ਚ ਮਾਰਿਆ ਗਿਆ। ਸੂਯੰਗ ਉਸ ਦੇ ਪਰਸ 'ਚ ਉਸ ਹੇਅਰ ਪਿਨ ਨੂੰ ਦੇਖਦੀ ਹੈ ਜਿਹੜੀ ਉਸਨੇ ਹਿਊਨ ਸੁਕ ਦੇ ਸਿਰ 'ਚ ਲਗਾਈ ਸੀ। ਉਸਨੇ ਉਹ ਸੰਭਾਲ ਕੇ ਰੱਖੀ ਹੋਈ ਸੀ। ਉਸੇ ਪਰਸ 'ਚ ਉਸ ਨੂੰ ਇੱਕ ਆਰਗਨ ਡੋਨਰ ਦਾ ਕਾਰਡ ਮਿਲਦਾ ਹੈ। ਮਤਲਬ ਹਿਊਨ ਸੁਕ ਮਰਨ ਤੋਂ ਬਾਅਦ ਆਪਣੇ ਸਰੀਰ ਦੇ ਅੰਗ ਕਿਸੇ ਲੋੜਵੰਦ ਨੂੰ ਦਾਨ ਕਰਨ ਵਾਲਾ ਸੀ। ਇਹ ਸਭ ਜਾਣ ਕੇ ਸੂਯੰਗ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਉਂਦੀ ਤੇ ਹਸਪੀਟਲ 'ਚ ਹੀ ਜ਼ੋਰ-ਜ਼ੋਰ ਨਾਲ ਰੋਣ ਲੱਗਦੀ ਹੈ। ਲੀ ਹਿਊਨ ਸੁਕ ਦੀ ਇਹ ਕਹਾਣੀ ਇੱਕ ਸੱਚੀ ਕਹਾਣੀ ਹੈ। 27 ਮਈ 1980 ਨੂੰ ਕਿਸੇ ਨੇ ਹਿਊਨ ਸੁਕ ਨੂੰ ਗੋਲੀ ਮਾਰੀ ਸੀ। ਡਾਕਟਰਾਂ ਨੇ ਕਿਹਾ ਸੀ ਕਿ ਇਹ ਬਚ ਨਹੀਂ ਸਕਦਾ, ਪਰ ਕੁਝ ਦੇਰ ਬਾਅਦ ਉਸ ਨੂੰ ਹੋਸ਼ ਆ ਜਾਂਦੀ ਹੈ ਤੇ ਅਗਲੇ 27 ਸਾਲਾਂ ਤੱਕ ਉਹ ਐਪੀਲੈਪਸੀ ਨਾਮ ਦੀ ਬਿਮਾਰੀ ਨਾਲ ਜੂਝਦਾ ਰਿਹਾ ਤੇ ਆਪਣੇ ਆਖਰੀ ਪਲਾਂ 'ਚ ਉਸਨੇ ਸੁਪਰਮੈਨ ਵਾਲੀ ਜ਼ਿੰਦਗੀ ਜਿਉਈ। ਤੇ ਇਸ ਤਰ੍ਹਾਂ ਇਹ ਮੂਵੀ ਇੱਥੇ ਹੀ ਖਤਮ ਹੋ ਜਾਂਦੀ ਹੈ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਫਿਲਮ ਦੀ ਕਹਾਣੀ ਪਸੰਦ ਆਈ ਹੋਵੇਗੀ ਤੇ ਮਿਲਦੇ ਹਾਂ ਆਪਣੀ ਅਗਲੀ ਵੀਡੀਓ 'ਚ ਇਸੇ ਤਰ੍ਹਾਂ ਦੀ ਇੱਕ ਹੋਰ ਐਕਸਪਲੇਨੇਸ਼ਨ ਲੈ ਕੇ। ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ। ਧੰਨਵਾਦ।